ਮਦ ਪੂਰਣੰ ਅੰਤ ਪੂਰਣੰ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾ ਸਮ ਜਗਦੀਸ਼ਰ। ਕੋਈ ਵੀ ਆਵਾਜ਼ ਦ੍ਰਿਸ਼ ਸੁਣਨਾ ਸੁਣਾਉਣਾ ਕਹਿਣਾ ਕਹਾਉਣਾ ਇਹ ਆਦਿ ਸ਼ੈਤਾਨ ਤੋਂ ਪਾਸੇ ਨਹੀਂਗਾ। ਇਹ ਆਦਿ ਸ਼ੈਤਾਨ ਨੂੰ ਕਿਹਾ ਕਿ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ। ਇਹ ਕਾਲ ਵਿਸ਼ਿਸ਼ਟ ਹੈ ਜਿਹੜਾ ਔਰ ਕਾਲ ਉਪਾਹਿਤ ਹੈ ਜਿਹੜਾ, ਇਹ ਦੋ ਨਹੀਂਗੇ। ਇਹ ਹੈ ਮਹਿਮਾ, ਜਿਸ ਨੂੰ ਕਹਿ ਲੋ, ਉਸਤਤੀ ਕਹਿ ਲੋ। ਇਹ ਵਿਅਸ਼ਟੀ ਰੂਪ ਹੋਇਆ ਜਿਹੜਾ ਮਾਨਾ, ਜਿਹਨੂੰ ਅਸੀਂ ਬੋਲਿਆ ਦੇਹ ਵਿਸ਼ਿਸ਼ਟ। ਇਹਨੂੰ ਇਸ ਦਾ ਹੁਲਾਸ ਹੁੰਦਾ, ਇਹਨੂੰ ਇਸ ਦਾ ਉਚਾਰਨ ਸੇ ਆਨੰਦ ਆਉਂਦਾ। ਇਸ ਦੇ ਹਿਰਦੇ ਦੇ ਵਿੱਚ ਜਿਹੜੀ ਆਸੇ ਪਾਸੇ ਅਵਿਦਿਆ ਦੀ ਤਹਿ ਹੈ ਉਹ ਨਰਮ ਹੋ ਕੇ ਪਾਸੇ ਹਟਦੀ। ਜਿਸ ਦਾ ਆਦਿ ਸ਼ੈਤਾਨ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਆਦਿ ਪੂਰਨ ਕਹੋ ਜੇ ਨਾ ਕਹੋ, ਉਹ ਇੱਕ ਸਮਾਨ ਸਤਾ ਹੈ। ਉਸ ਸਤਾ ਨੂੰ ਹੀ ਇਹ ਕਿਹਾ ਹੋਇਆ ਕਿ ਜੇ ਅਸੀਂ ਉਹਦੀ ਬਾਰੰਬਾਰ ਚਿੰਤਨ ਕਰੀਏ ਤਾਂ ਉਹ ਖੁਸ਼ ਹੁੰਦੀ ਹੈ, ਨਾ ਖੁਸ਼ ਹੁੰਦੀ ਹੈ, ਨਾ ਨਿਰਾਸ਼ ਹੁੰਦੀ ਹੈ ਵੀ ਕਿਸੇ ਨੇ ਮੇਰਾ ਚਿੰਤਨ ਨਹੀਂ ਕੀਤਾ। ਇਹ ਪਰੋਕਸ਼ ਗਿਆਨੀਆਂ ਦੀ ਬੁੱਧੀ ਮੇ ਭ੍ਰਾਂਤੀ ਬੈਠੀ ਹੈ। ਜਿਹੜਾ ਵਿਅਸ਼ਟੀ ਰੂਪ ਹੋ ਕਰਕੇ ਦੇਹ ਨਾਲ ਤਦਾਤਮ ਬਣਾਈ ਬੈਠਾ ਹੈ, ਇਹ ਆਦਿ ਸ਼ੈਤਾਨ ਦਾ ਚਿੰਤਨ ਕਰਨੇ ਸੇ ਇਹਨੂੰ ਪ੍ਰਸੰਨਤਾ ਜਾਗਦੀ ਹੈ। ਜਦੋਂ ਪ੍ਰਸੰਨ ਚਿੱਤ ਹੁੰਦਾ, ਪ੍ਰਸੰਨ ਉਦੋਂ ਹੁੰਦਾ ਜਦੋਂ ਅਵਿਦਿਆ ਲਾਂਭੇ ਹੁੰਦੀ ਹੈ। ਇਸ ਲਈ ਅਸੀਂ ਬੋਲਦੇ ਹਾਂ। ਹੋਰ ਵੀ ਕਈ ਤਰ੍ਹਾਂ ਦੇ ਮੰਗਲ ਦੇ ਰੂਪ ਚ ਕਹੇ ਗਏ। ਇਹ ਇੱਕ ਭੁਲੇਖਾ ਕੱਢਣ ਵਾਸਤੇ ਇਹ ਵਿਚਾਰਧਾਰਾ ਹੈ ਵੀ ਮੈਨੂੰ, ਅਸੀਂ ਇੱਥੇ ਜੀ ਕਥਾ ਕਰਦੇ ਹਾਂ ਐਤਵਾਰ ਨੂੰ, ਜਦੋਂ ਅਸੀਂ ਪ੍ਰਭੂ ਦਾ ਯਾਦ ਕਰਦੇ ਹਾਂ ਉਹ ਫਿਰ ਆਦਾ ਵੀ ਇਹ ਤਾਂ ਬਹੁਤ ਚੰਗੇ ਆ, ਵੀ ਮੇਰੀਆਂ ਹੀ ਗੱਲਾਂ ਕਰਦੇ ਆ। ਤਾਂ ਅਸੀਂ ਇਸ ਚੀਜ਼ ਨੂੰ ਖੋਜਣਾ ਵਿਚਾਰਨਾ ਹੈ ਵੀ ਜਿਹਨੂੰ ਅਸੀਂ ਇਹ ਕਹਿੰਦੇ ਆ ਵੀ ਖੁਸ਼ ਹੁੰਦਾ, ਉਹਦੇ ਹਿਰਦਾ ਹੈਗਾ, ਉਹਦੇ ਕੰਨ ਹੈਗੇ। ਉਹ ਇੱਥੋਂ ਜਦੋਂ ਅਸੀਂ ਸਤਨਾਮ ਬੋਲਦੇ ਉਹ ਕਿੰਨੀ ਕੁ ਦੂਰ ਤੇ ਆ, ਕਿੰਨੀ ਕੁ ਵਾਟੋਂ ਉਹ ਆਵਾਜ਼ ਫੜਦਾ। ਤਾਂ ਫਿਰ ਇਹ ਹੋਏਗਾ ਵੀ ਅਸੀਂ ਭੁੱਲ ਭੁਲੇਖੇ ਦੇ ਵਿੱਚ ਨਾ ਰਹੋ। ਜਿਹੜਾ ਬੋਲਣ ਵਾਲਾ ਹੈ ਇਹ ਹੀ ਆਵਾਜ਼ ਫੜਨ ਵਾਲਾ ਹੈ। ਬੋਲਣ ਵਾਲਾ ਨਹੀਂ ਤਾਂ ਆਵਾਜ਼ ਪਕੜਨ ਵਾਲਾ ਵੀ ਕੋਈ ਨਹੀਂਗਾ। ਸਾਰੇ ਆਕਾਸ਼ ਮੰਡਲ ਦੇ ਵਿੱਚ ਸ਼ਬਦ ਤਨ ਮਾਤਰਾ ਵਿਆਪਕ ਹੈ। ਤੋ ਕਿਤੇ ਸਾਈਕਲ ਸਕੂਟਰ ਤੇ ਤੁਸੀਂ ਲੋਕ ਜਾਂਦੇ ਆ, ਕਿਤੋਂ ਆਵਾਜ਼ ਆਉਂਦੀ ਹੈ
ਵੀ ਸਤਨਾਮ ਵਾਹਿਗੁਰੂ ਹਰੀ ਓਮ। ਅਗਰ ਜੇ ਆਉਂਦੀ ਹੈ ਤਾਂ ਇਸ ਦੇਹ ਦੇ ਵਿੱਚੋਂ ਹੀ ਬੋਲ ਰਿਹਾ, ਕੋਈ ਦੇਹ ਵਾਲਾ ਹੀ ਸੁਣ ਰਿਹਾ, ਇਹ ਹੀ ਬੋਲਦਾ, ਇਹ ਹੀ ਸੁਣਦਾ, ਜਿਸ ਨੂੰ ਅਸੀਂ ਸਮਾਨ ਪ੍ਰਭੂ ਬ੍ਰਹਮ ਪਰਮਾਤਮਾ ਬੋਲਦੇ ਹਾਂ, ਜਿਹਨੂੰ ਅਸੀਂ ਪਰੋਕਸ਼ ਰੂਪ ਸੇ ਰੱਖੀ ਬੈਠੇ ਹਾਂ। ਇਹ ਇੱਕ ਸਾਡੀ ਬੜੀ ਭਾਰੀ ਭੁੱਲ ਹੈ ਵੀ ਜਦੋਂ ਮੈਂ ਐਂ ਬੋਲਦਾ ਤੇ ਉਦੋਂ ਉਹ ਸੁਣਦਾ ਵੀ ਬੱਲੇ ਬੱਲੇ ਬੱਲੇ, ਹਰੀ ਸਿਉ ਤਾਂ ਮੈਨੂੰ ਭੁੱਲਦਾ ਹੀ ਨਹੀਂ। ਇਹ ਭੁਲੇਖਾ ਬੁੱਧੀ ਚੋਂ ਕੱਢਣਾ ਚਾਹੀਏ। ਵਿਅਸ਼ਟੀ ਰੂਪ ਹੋ ਕਰਕੇ ਚਿੰਤਨ ਕਰਦਾ ਤੇ ਵਿਅਸ਼ਟੀ ਰੂਪ ਹੋ ਕਰਕੇ ਸੁਣਦਾ। ਸਮਸ਼ਟੀ ਸਤਾ ਐਸੀ ਹੈ, ਉਹਨੂੰ ਕਿਹਾ ਕਿ ਤੁਹਾਡੇ ਚਿੰਤਨ ਕਰਨੇ ਸੇ ਵੱਡਾ ਨਾ ਹੋਵੇ, ਤੁਹਾਡੇ ਚਿੰਤਨ ਨਾਲੋਂ ਵੱਧ ਹੀ ਨਹੀਂ। ਤੇ ਜੇ ਕੋਈ ਵੀ ਨਾ ਸਤਨਾਮ ਵਾਹਿਗੁਰੂ ਆਖੇ ਤੇ ਘਾਟ ਨਾ ਜਾਈ, ਨਾ ਉਹ ਘਟਦੀ ਹੈ। ਵੱਡਾ ਛੋਟਾ ਜਿਹੜਾ ਹੋ ਰਿਹਾ ਉਪਾਧੀ ਯੁਕਤ ਹੈ। ਅੱਛੇ ਅੱਛੇ ਵਚਨ ਸੁਣ ਕੇ ਇਹਦੇ ਹਿਰਦੇ 'ਚ ਪ੍ਰਸੰਨਤਾ ਜਾਗਦੀ ਹੈ, ਔਰ ਬੁਰੇ ਵਚਨ ਸੁਣ ਕੇ ਇਹਦੇ ਹਿਰਦੇ 'ਚ ਕਰੂਰਤਾ ਜਾਗਦੀ ਹੈ। ਤਾਂ ਇਹ ਬਣਦਾ ਹੈ ਕਿ ਇਹ ਕੋਈ ਹੋਰ ਨਹੀਂਗਾ। ਜਿਸ ਦੇ ਬਾਰੇ ਸਮਝਦੇ ਹੋ ਕਿ ਇਹ ਕੋਈ ਹੋਰ ਹੈ, ਤਾਂ ਅਸੀਂ ਇਸ ਚੀਜ਼ ਨੂੰ ਵੇਖਣਾ ਹੈ ਕਿ ਜਿਸ ਖੇਤਰ ਦੇ ਵਿੱਚ ਅਸੀਂ ਵਸ ਰਹੇ ਹਾਂ, ਇਹ ਖਿੱਤਿਆਂ ਦੇ ਪ੍ਰਭਾਵ ਹੈ। ਭਾਰਤ ਭੂਮੀ ਦਾ ਜਿਹੜਾ ਖਿੱਤਾ ਹੈ, ਕੋਈ ਅਮਰੀਕਾ ਦੀ, ਕੈਨੇਡਾ, ਚੀਨ, ਜਰਮਨ, ਜਾਪਾਨ ਦੀ ਕੋਈ ਧਰਤੀ ਹੋਰ ਨਹੀਂ ਗਈ। ਇੱਕ ਹੀ ਭੂਮੀ ਹੈ ਤੇ ਉੱਥੇ ਵਸਣ ਵਾਲਿਆਂ ਦੇ ਜਿਹੜੇ ਲੋਕ ਰਹਿ ਰਹੇ ਆ, ਉਹਨਾਂ ਦੀ ਅਪੇਖਿਆ ਸੇ ਕਿਹਾ ਜਾਂਦਾ ਹੈ ਵੀ ਦੇਸ਼ ਬਹੁਤ ਵਧੀਆ, ਦੇਸ਼ ਅੱਛਾ ਹੈ। ਅਸੀਂ ਇਹ ਵੀ ਵੇਖਣਾ ਹੈ ਦੇਸ਼ ਕਾਸ ਨੂੰ ਆਨੇ 90% ਲੋਕ ਦੇਸ਼ ਧਰਤੀ ਨੂੰ ਆਦੇ ਹੈ ਤੇ 10% ਲੋਕ ਸੂਝ ਰੱਖਦੇ ਆ ਜਿਹੜੇ ਉਹ ਦੇਸ਼ ਪੁਲਾੜ ਨੂੰ ਆਦੇ ਹੈ। ਕਿਉਂਕਿ ਇੱਕ ਪੁਲਾੜ ਦੇਸ਼ ਹੈ, ਅੱਗੇ ਪਿੱਛੇ ਪਹਿਲਾਂ ਮਗਰੋਂ ਕਾਲ ਹੈ। ਭਾਰਤ, ਚੀਨ, ਜਾਪਾਨ ਇਹ ਵਸਤੂ ਹੈ, ਭੂਮੀ ਭੂਮੀ ਵਸਤੂ ਹੈ, ਪੁਲਾੜ ਦੇਸ਼ ਹੈ। ਤਾਂ ਇਹ ਹੈ ਕਿ ਦੇਸ਼ 'ਚ ਵੀ ਕੋਈ ਫਰਕ ਨਹੀਂ, ਵਸਤੂ 'ਚ ਵੀ ਕੋਈ ਫਰਕ ਨਹੀਂ, ਔਰ ਕਾਲ ਨਾਮ ਦੀ ਕੋਈ ਚੀਜ਼ ਹੈ ਨਹੀਂ। ਇੱਕ ਸਾਡੇ ਨਾਲ ਸਤਸੰਗ ਕਰੇ, ਸੁਣਨ ਆ ਗਿਆ, ਉਹ ਇਹਨਾਂ ਦਾ ਪ੍ਰੇਮੀ ਸੀ, ਜਿਹਨੂੰ ਪ੍ਰੇਮੀ ਬੋਲਦੇ। ਤਾਂ ਜਿਹੋ ਜਿਹਾ ਪ੍ਰੇਮੀ ਪਰਸ਼ਨ ਕਰਨ ਵਾਲਾ ਤਾਂ ਸਾਡੇ 'ਚ ਵੀ ਉਹ ਜੇ ਬੈਠੇ ਹੁੰਦੇ। ਉਹ ਪ੍ਰੇਮੀ ਬੋਲਦਾ ਕਿ ਜੀ ਕਾਲ ਤਾਂ ਸਤਿਗੁਰਾਂ ਨੇ ਬੱਧਾ ਹੋਇਆ, ਸਾਡੇ ਗੁਰੂਆਂ ਨੇ ਉੱਥੇ ਸੰਗਲ ਪਾ ਕੇ, ਤੇ ਉਹ ਆਦਾ ਜਿਹੜੇ ਮਰੀ ਜਾਂਦੇ ਇਹਨਾਂ ਨੂੰ ਕੌਣ ਮਾਰੀ ਜਾਂਦਾ ਜੇ ਕਾਲ ਤੁਹਾਡੇ ਗੁਰੂ ਨੇ ਬੱਧਾ। ਇਹ ਹੈ ਅਜਾਣਾ ਦੀਆਂ ਗੱਲਾਂ। ਜਿਹੜਾ ਮੈਂ ਬੋਲਿਆ ਇਹ ਭੂਤ ਹੋ ਗਿਆ, ਜਿਹੜਾ ਮੈਂ ਬੋਲ ਰਿਹਾ ਇਹ ਵਰਤਮਾਨ ਆ, ਜਿਹੜਾ ਜੇ ਬੋਲਣਾ ਮੂੰਹੋਂ ਕੱਢਣਾ ਇਹ ਭਵਿੱਖ ਹੈ। ਤੇ ਜੇ ਮੈਂ ਨਾ ਬੋਲਾਂ
ਤਾਂ ਕਿਸ ਨੂੰ ਭੂਤਕਾਲ ਆਖੋਗੇ, ਕਿਸ ਨੂੰ ਵਰਤਮਾਨ, ਕਿਸ ਨੂੰ ਭਵਿੱਖ। ਇਹ ਹੈ ਵੀ ਸਾਨੂੰ ਕਾਫੀ ਸਮਝਣ ਦੀ ਲੋੜ ਹੈ। ਜੇ ਸਮਝਾਉਣ ਵਾਲੇ ਦੇ ਵਿੱਚ ਬਰਕਤ ਹੋਵੇ ਸਮਝਾਉਣ ਦੀ, ਤੇ ਸਮਝਣ ਵਾਲੇ ਦੇ ਵਿੱਚ ਜਿਗਿਆਸਾ ਹੋਵੇ ਕੁਝ ਜਾਣਨ ਦੀ, ਤਾਂ ਜਾਣ ਸਕਦਾ ਮਨੁੱਖ। ਜਿਹੜੀ ਚੀਜ਼ ਤੋਂ ਇਹ ਅਣਜਾਣ ਸੀ, ਫਿਰ ਇਹਨੂੰ ਪਤਾ ਲੱਗ ਜਾਊਗਾ ਵੀ ਜਿਹਨੂੰ ਪਰਮਾਤਮਾ, ਰੱਬ, ਵਾਹਿਗੁਰੂ, ਅੱਲਾ, ਖੁਦਾ ਇਤਿਆਦਿਕ ਨਾਵਾਂ ਨਾਲ ਪੁਕਾਰਿਆ ਗਿਆ, ਉਹ ਵਸਤੂ ਕੀ ਹੈ। ਔਰ ਅਜਾਣੇ ਚ ਮੈਂ ਕੀ ਸਮਝਦਾ ਸਾਂ, ਜਾਣ ਚ ਮੈਨੂੰ ਪਤਾ ਲੱਗ ਗਿਆ ਵੀ ਵਸਤੂ ਕੀ ਹੈ। ਜੋ ਹੈ ਜੈਸੀ ਹੈ ਉਹ ਸਾ ਸਮਝ ਲੈਂਦਾ। जैसी सता वस्तु है, जैसी समझ लेने से नाम, ਇਹਦਾ ਨਾਮ ਮੁਕਤੀ ਹੈ, ਔਰ ਨਾ ਸਮਝਣ ਦਾ ਨਾਮ ਬੰਧਨ ਹੈ। ਤਾਂ ਇੱਥੋਂ ਅਸੀਂ ਇਸ ਨੂੰ ਲੈਣਾ ਹੈ। ਜਿਸ ਖਿੱਤੇ ਦੀ ਗੱਲ ਚੱਲੀ ਸੀ, ਭਾਰਤ ਖਿੱਤਾ ਇੱਕ ਐਸਾ ਭੂਮੀ ਦਾ ਹਿੱਸਾ ਹੈ ਜਿਸ ਦੇ ਵਿੱਚ ਤੱਤਵ ਗਿਆਨੀਆਂ ਦੀ ਉਪਜ, ਇਸਤਤੀ ਔਰ ਲੈਤਾ ਹੁੰਦੀ ਰਹਿੰਦੀ ਹੈ। ਕੁਝ ਖਿੱਤੇ ਐਸੇ ਹੈ ਜਿਨ੍ਹਾਂ ਦੇ ਵਿੱਚ ਭੋਗੀਆਂ ਦੀ ਉਤਪਤੀ, ਇਸਤਤੀ, ਲੈਤਾ ਹੁੰਦੀ ਰਹਿੰਦੀ। ਭੋਗੀ ਮੈਨਾ ਖਾਣ ਪੀਣ, ਐਸ਼ੋਰਮਾਨ ਕਰਨ ਵਾਲਿਆਂ ਦਾ ਨਾਮ। ਭਾਰਤ ਖਿੱਤੇ ਦੇ ਵਿੱਚ ਜੋਗੀ, ਲੋਭੀ, ਭੋਗੀ, ਵਿਯੋਗੀ, ਜਗਿਆਸੂ, ਸਾਧਕ, ਸੰਤ, ਤਤਵਗੇ ਸਾਰੇ ਰਲੇ ਰਹਿ ਰਹੇ। ਇਸ ਦੀ ਮਹਾਨਤਾ ਹੈ। ਦੂਸਰਾ ਇਸ ਦੇ ਵਿੱਚ ਇਹ ਵੀ ਮਹਾਤਮ ਹੈ ਕਿ ਇਸ ਖਿੱਤੇ ਦੇ ਵਿੱਚ ਮਾਨਵ ਜਾਤੀ ਨਾਨਾ ਰੂਪ ਦੇ, ਨਾਨਾ ਪ੍ਰਕਾਰ ਦੀਆਂ ਧਾਰਨਾ ਨਾਲ ਜੁੜੀ ਹੋਈ ਹੈ। ਤੋ ਸਾਰੇ ਇਸ ਦੇਸ਼ ਦੇ ਇਕੱਠੇ ਹੋ ਕੇ ਰਹਿ ਰਹੇ ਹੈ। ਸਾਰੇ ਇਸ ਦੇਸ਼ ਨੂੰ ਆਪਣਾ ਦੇਸ਼ ਮੰਨਦੇ ਆ। ਤੇ ਕੁਛ ਸਾਡੇ ਲੋਕ ਜਿਹੜੇ ਬੇਸਮਝ ਹੈ, ਉਹ ਇੰਨੀ ਭੂਮੀ ਦੇ ਵੀ ਖਿੱਤੇ ਬਣਾ ਕੇ ਵੀ ਸਾਡਾ ਹਰਿਆਣਾ ਹੈ, ਸਾਡਾ ਹਿਮਾਚਲ ਹੈ, ਸਾਡਾ ਪੰਜਾਬ ਹੈ। ਤਾਂ ਅੰਤ ਨੂੰ ਹੈਗਾ ਜਿਹੜੇ ਐਡੇ ਵਿਆਪਕ ਭੂਮੀ ਹੈ, ਇਹ ਕਿਸੇ ਹੋਰ ਦੀ ਹੈ। ਸਾਰੀ ਭੂਮੀ ਦਾ ਮਾਲਕ ਮੈਂ ਹਾਂ। ਸਾਰਾ ਭਾਰਤ ਦਾ ਮੈਂ ਨਿਵਾਸ ਰੱਖਦਾ। ਮੈਂ ਭਾਰਤ ਦਾ ਹੂੰ, ਭਾਰਤ ਮੇਰਾ। ਇਹ ਸਮਸ਼ਟੀ ਬੁੱਧੀ ਲਿਆਓ। ਤੇ ਕੁਛ ਦੇਸ਼ਾਂ ਦੇ ਵਿੱਚ ਇੱਕੋ ਫਿਰਕੇ ਦੀ ਵਿਆਪਕਤਾ, ਭਾਰਤ ਦੀ ਮਹਾਨਤਾ ਕਿ ਨਾਨਾ ਪ੍ਰਕਾਰ ਦੇ ਫਿਰਕਿਆਂ ਦੀ ਵਿਆਪਕਤਾ ਵਸੋਂ ਹੈ। ਤੋ ਇਹਨਾਂ ਨਾਨਾ ਪ੍ਰਕਾਰ ਦੇ ਵਸੋਂ ਵਾਲਿਆਂ ਦੀ ਥੋੜੀ ਜਿਹੀ ਵਿਚਾਰ ਕਰਦੇ ਹਾਂ ਕਿ ਇੱਕ ਸੱਤ ਚੀਜ਼ ਹੈ, ਇੱਕ ਅਸੱਤ ਹੈ। ਜਿਹਦਾ ਦੂਜਾ ਨਾਂ ਹੈ ਸੱਚ ਹੈ ਔਰ ਝੂਠ ਹੈ। ਅਸੀਂ ਲੋਕ ਝੂਠ ਤੇ ਸੱਚ ਦੇ ਮੂੰਹੋਂ ਆਵਾਜ਼ ਦੋ ਨਿਕਲਦੇ ਐ। ਇਹ ਚੀਜ਼ਾਂ ਦੋ ਨਹੀਂ ਗੀਆਂ।
ਜਿਹੜਾ ਨਾਨਕ ਜੀ ਨੇ ਇਹ ਸਮਝਾਇਆ ਕਿ ਮੂਲ ਮੇ ਇੱਕ ਕਹਿਣੇ ਦਾ ਮਤਲਬ ਹੈ ਕਿ ਇੱਕ ਝੂਠ ਤੇ ਇੱਕ ਸੱਚ, ਫਿਰ ਦੋ ਹੋ ਗਏ। ਝੂਠ ਉਹ ਹੁੰਦਾ ਜਿਹੜਾ ਹੋਵੇ ਹੀ ਨਾ। ਤਾਂ ਸੰਤਾਂ ਨੇ ਕਿਹਾ ਕਿ ਜਗ ਰਚਨਾ ਸਭ ਝੂਠ ਹੈ, ਤਾਂ ਫਿਰ ਹੈਗੀ ਕਿੱਥੋਂ ਹੋ ਗਈ? ਝੂਠ ਦਾ ਤਾਂ ਮਤਲਬ ਹੈ ਜਿਹੜੀ ਚੀਜ਼ ਹੋਵੇ ਨਾ ਤਾਂ ਫਿਰ ਇੱਕ ਰਹੇਗੀ। ਇੱਕ ਸੱਤ ਹੁੰਦੀ ਹੈ, ਅਨੇਕਾਂ ਝੂਠ ਹੁੰਦੇ ਹੈ। ਤੇ ਜਿਹੜੀ ਅਸੀਂ ਕਹਾਂਗੇ ਇੰਨੇ ਪ੍ਰਕਾਰ ਦੀ ਪ੍ਰਤੀਤੀ ਹੁੰਦੀ ਹੈ, ਇਹ ਕੁਛ ਹੈ ਕਿ ਨਹੀਂ, ਇਹ ਤੁਹਾਡੀ ਭ੍ਰਾਂਤੀ ਦਾ ਖੇਲ ਹੈ, ਹੋਰ ਕੁਛ ਨਹੀਂ। ਸੱਤ ਵਸਤੂ ਨੂੰ ਆਤਮਾ ਕਹਿ ਕੇ ਬੋਲਿਆ, ਅਸਤ ਵਸਤੂ ਨੂੰ ਅਨਾਤਮਾ ਕਹਿ ਕੇ ਬੋਲਿਆ। ਅਸੀਂ ਹੁਣ ਵੇਖਣਾ ਹੈ ਵੀ ਆਤਮਾ ਨੂੰ ਨਾਨਾ ਪ੍ਰਕਾਰ ਦੇ ਲੋਕ ਕੀ ਵਿਚਾਰ ਦਿੰਦੇ ਆ ਵੀ ਆਤਮਾ ਹੈ। ਸਾਡੇ ਦੇਸ਼ ਦੇ ਵਿੱਚ ਵੀ ਜਿੱਥੇ ਅੱਛੇ ਵਿਦਵਾਨ ਹੋਏ ਹੈ ਹੋਣਗੇ, ਇਸ ਦੇਸ਼ ਦੇ ਵਿੱਚ ਵੀ ਸਾਰੇ ਲੋਕ ਇਸ ਚੀਜ਼ ਨੂੰ ਨਹੀਂ ਸਮਝੇ ਤੇ ਸਾਰੇ ਬੇਸਮਝ ਵੀ ਨਹੀਂ। ਹੁਣ ਅਸੀਂ ਲਵੋ ਸਾਰਿਆਂ ਤੋਂ ਵਿਆਪਕਤਾ। ਦੇਸ਼ ਦੁਨੀਆ ਦੇ ਵਿੱਚ ਦੋ ਪ੍ਰਸ਼ੰਨਤਾ ਨਾਲ ਜੁੜੇ, ਜੇ ਤਾਂ ਸਮਸ਼ਟੀ ਦੁਨੀਆ ਨਾਲ ਜੁੜੇ ਆ ਤਾਂ ਪੂਰਨ ਹੈ, ਜੇ ਵਿਅਸ਼ਟੀ ਨਾਲ ਜੁੜੇ ਫਿਰਕੇ ਨਾਲ ਤਾਂ ਉਹ ਪੂਰਨ ਨਹੀਂ। ਇਹ ਸਭ ਤੋਂ ਵੱਡੇ ਫਿਰਕੇ ਹੈ ਜਿਹੜੇ, ਉਹ ਹੈ ਮੁਸਲਮਾਨ ਭਾਈਚਾਰਾ ਤੇ ਈਸਾਈ ਭਾਈਚਾਰਾ। ਹੁਣ ਅਸੀਂ ਵੇਖਣਾ ਵੀ ਮੁਸਲਮਾਨ ਭਾਈਚਾਰਾ ਔਰ ਈਸਾਈ ਆਤਮਾ ਨੂੰ ਕੀ ਮੰਨਦੇ। ਇਹ ਲੋਕ ਕਹਿੰਦੇ ਆ ਕਿ ਆਤਮਾ ਪਹਿਲਾਂ ਤਾਂ ਹੈ ਹੀ ਨਹੀਂ, ਜਦੋਂ ਸਰੀਰ ਬਣ ਜਾਂਦਾ ਫਿਰ ਇਹਦੇ ਵਿੱਚ ਆਤਮਾ ਬਣਦਾ। ਜਦੋਂ ਆਤਮਾ ਜਾਗਰੂਕ ਹੋ ਜਾਂਦਾ, ਸਰੀਰ ਤਾਂ ਨਸ਼ਟ ਹੋ ਜਾਂਦਾ, ਉਹ ਆਤਮਾ ਬਹੁਤ ਚਿਰ ਤਾਈਂ ਰਹਿੰਦਾ। ਇਹ ਦੋ ਫਿਰਕਿਆਂ ਦੀ ਇਹ ਆਤਮਾ ਭਗਤੀ ਕਥਨ। ਇਸੇ ਕਰਕੇ ਤਾਂ ਕਿਹਾ ਵੀ ਇਸ ਸਰੀਰ ਨੂੰ ਛੇਤੀ ਕਰਕੇ ਜਾਲੋ ਨਾ, ਬਕਸੇ 'ਚ ਪਾ ਕੇ ਕਵਰ 'ਚ ਟੋਆ ਪੱਟ ਕੇ ਨੱਪ ਦਿਓ, ਸੁਰੱਖਿਅਤ ਰਵੇ ਕਿ ਆਤਮਾ ਨੇ ਬਹੁਤਾ ਚਿਰ ਰਹਿਣਾ। ਜਿਸ ਵਕਤ ਮਹਾਪਰਲੋ ਹੋਊਗੀ, ਇਹ ਮਹਾਪਰਲੋ ਸਾਡੀ ਭਾਰਤੀ ਸੰਸਕ੍ਰਿਤੀ ਦਾ ਲਫ਼ਜ਼ ਹੈ, ਉਹ ਕਿਆਮਤ ਕਹਿੰਦੇ ਆ। ਜਦੋਂ ਕਿਆਮਤ ਹੋਏਗੀ ਉਦੋਂ ਇਹ ਆਤਮਾ ਜਿਹੜੀਆਂ ਇਹ ਕਿਸੇ ਉੱਚ ਕੋਟੀ ਦੀ ਸਤਾ ਦੇ ਪੇਸ਼ ਹੋਣਗੀਆਂ, ਫਿਰ ਇਹਨਾਂ ਦੇ ਹਿਸਾਬ ਕਿਤਾਬ ਗਿਣਤੀ ਮਿਣਤੀ ਹੋਊਗੀ। ਇਹ ਇਹਨਾਂ ਲੋਕਾਂ ਦਾ ਆਪਣਾ ਵਿਚਾਰ ਹੈ। ਇਸ ਤੋਂ ਦੂਜੇ ਨੰਬਰ ਤੇ ਆ ਜਾਂਦੇ ਆ ਚਾਰ ਵਾਕਿਏ।
ਜੜ ਤੱਤਵਾਦੀ, ਜਿਨ੍ਹਾਂ ਚੋਂ ਡਾਰਵਨ, ਹੈਂਕਲੇ, ਮਾਰਕਸਵਾਦੀ ਇਤਿਆਦਿਕ ਲੈ ਕੇ ਹੋਰ ਵੀ ਬਥੇਰੇ ਆ। ਇਹ ਕਹਿੰਦੇ ਆ ਆਤਮਾ ਉਤਮਾ ਦੋ ਐਂ ਬੋਲਦੇ ਆ ਕਿ ਆਤਮਾ ਨਾਂ ਦੀ ਕੋਈ ਚੀਜ਼ ਨਹੀਂ। ਜਿਵੇਂ ਹੱਥਾਂ ਨੂੰ ਘਸਾ ਕੇ ਗਰਮ ਕਰੀਏ ਤਾਂ ਵਿੱਚੋਂ ਗਰਮੈਸ਼ ਨਿਕਲ ਆਉਂਦੀ, ਇਸ ਸਰੀਰ ਦੇ ਵਿੱਚੋਂ ਇੱਕ ਚੇਤਨਾ ਨਿਕਲ ਆਉਂਦੀ ਹੈ ਤੇ ਸਰੀਰ ਮਰ ਜਾਣੇ ਸੇ ਖਤਮ ਹੋ ਜਾਂਦੀ ਹੈ। ਇਹ ਤੋਂ ਵੱਧ ਕੁਛ ਨਹੀਂ। ਇਹ ਇਹਨਾਂ ਲੋਕਾਂ ਦਾ, ਜੜ ਤੱਤਵਾਦੀਆਂ ਦਾ ਆਪਣਾ ਵਿਖਿਆਨ ਹੈ ਔਰ ਅਨੁਭਵ ਹੈ। ਅਨੁਭਵ ਤਾਂ ਜੈਸਾ ਆਪਣਾ ਸਭ ਕਹਿ ਰਹੇ। ਇਦੋਂ ਅੱਗੇ ਆ ਜਾਂਦੇ ਆ ਬੋਧ। ਬੋਧ ਮਹੱਤਾ ਜਿਹੜਾ ਉਹ ਬੋਲਦਾ ਹੈ ਵੀ ਆਤਮਾ ਅਨਾਦਿ ਹੈ, ਚਿਰੰਕਾਲ ਤੋਂ ਆਉਂਦਾ ਤੇ ਰਹਿੰਦਾ ਹੈ। ਪਰ ਜਦੋਂ ਮਹਾਂਪਰਲੋ ਹੁੰਦੀ ਹੈ ਉਦੋਂ ਕੇਵਲ ਸ਼ੂਨ ਹੋ ਜਾਂਦਾ, ਕੁਛ ਨਹੀਂ ਰਹਿੰਦਾ। ਉਹ ਆਤਮਾ ਅਨਾਦਿ ਹੈ, ਪੈਦਾ ਤਾਂ ਨਹੀਂ ਹੁੰਦਾ ਪਰ ਮਹਾਂਪਰਲੋਂ ਵੇਲੇ ਰਹਿੰਦਾ ਨਹੀਂ। ਇਦੋਂ ਅੱਗੇ ਆ ਜਾਂਦੇ ਆ ਜੈਨ। ਜੈਨ ਕਹਿੰਦੇ ਆ ਆਤਮਾ ਅਨਾਦਿ ਹੈ, ਪੈਦਾ ਹੀ ਨਹੀਂ ਹੋਇਆ, ਸਦਾ ਹੈ ਤੇ ਆਤਮਾ ਅਨੰਤ ਹੈ। ਪਰ ਨਿਆਰਾ ਨਿਆਰਾ ਪ੍ਰਛਿੰਨ ਪ੍ਰਛਿੰਨ ਹੈ। ਉਹ ਇੱਥੇ ਖਲੋਤੇ ਹੈ। ਇਦੋਂ ਅੱਗੇ ਅਸੀਂ ਚੱਲਣਾ। ਕੁਝ ਭਾਰਤੀ ਲੋਕਾਂ ਦੇ ਵਿੱਚ ਕੁਝ ਲੋਕ ਆਦੇ ਹੈ ਆਤਮਾ ਅਣੂ ਪ੍ਰਮਾਣ ਹੈ। ਕੁਝ ਲੋਕ ਆਦੇ ਹੈ आत्मा अंगुष्ठ प्रमाण है। और कुछ लोग आदे है आत्मा मध्यम प्रमाण है। और कुछ लोग विचों कहते आत्मा विभु प्रमाण है। ਇਹਦੇ ਚ ਸਾਡੇ ਹਿੰਦੁਸਤਾਨੀਆਂ ਦਾ ਨਾਮ ਆ ਗਿਆ। ਤਾਂ ਅੱਗੇ ਵੇਖਣਾ ਅਸੀਂ 5-550 ਸਾਲ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਗਟਾਵਾ ਹੋਇਆ। ਉਹਨਾਂ ਨੇ ਆਤਮਾ ਪ੍ਰਤੀ ਉਹਨਾਂ ਦੇ ਅਨੁਯਾਈ ਸੰਤਾਂ ਨੇ ਆਤਮਾ ਪ੍ਰਤੀ ਬਹੁਤ ਜ਼ਿਕਰ ਕੀਤਾ। ਇਸ ਦੇ ਵਿੱਚ ਇਸ ਗੁਰੂਆਂ ਨੂੰ ਸੰਤਾਂ ਨੂੰ ਸਿੱਖ ਭਾਈਚਾਰੇ ਨੇ ਅਪਣਾਇਆ ਕਿ ਇਹ ਸੰਤ ਗੁਰੂ ਸਾਡੇ ਆ। ਇਹ ਬਹੁਤ ਅੱਛਾ। ਤਾਂ ਹੁਣ ਅਸੀਂ ਇਹ ਵੇਖਣਾ ਹੈ ईसाई जैन बौद्ध अजय वेदांत ते मैं बताऊंगा। इन्होंने सारिया ने अपनी अपनी विज्ञान खोज बताई। तो जो गुरुओं ने बताया आत्मा बारे बहुत ज्यादा सिख भाईचारा समझ नहीं सकिया। ਤੇ ਇਹ ਵੀ ਹੈ ਕਿ ਸਮਝ ਨਹੀਂ ਕੋਈ ਸਕਿਆ, ਸਮਝੇ ਵੀ ਬਥੇਰੇ ਆ। ਤਾਂ ਕੋਈ ਅੱਜ ਦਾ ਜਿਹੜਾ ਸਿੱਖ ਸੰਪਰਦਾਇ ਦਾ ਸੰਚਾਲਕ ਹੈ ਕਿ ਕੀ ਹੈ ਕਿ ਜਿਨ੍ਹਾਂ ਨੂੰ ਲੋਕ ਹੱਥਾਂ ਤੇ ਚੱਕਦੇ ਆ ਵੀ ਸਾਡੇ ਸੰਪਰਦਾਇ ਦਾ ਇਹ ਆਗੂ ਹੈ। ਉਹ ਆਗੂ ਵੀ ਜਿਵੇਂ
ਜੈਨ, ਬੌਧ, ਆਰੀਆ ਸਮਾਜੀ, ਈਸਾਈ, ਮੁਸਲਮਾਨ ਭਾਈ, ਉਹਨਾਂ ਨੇ ਜ਼ਿਕਰ ਕਰਕੇ ਲਿਖਿਆ। ਇਹਨਾਂ ਨੂੰ ਵੀ ਪ੍ਰਗਟ ਕਰਨਾ ਚਾਹੀਦਾ, ਜਿਹੜੇ ਦੇਸ਼ ਚਲਾਉਂਦੇ ਮੁਖੀ ਆ ਸਿੱਖ ਪੰਥ ਚਲਾਉਣ ਵਾਲਿਆਂ ਨੂੰ, ਵੀ ਆਤਮਾ ਦਾ ਕੀ ਸਰੂਪ ਹੈ। ਕੀ ਅਣੂ ਪ੍ਰਮਾਣ ਹੈ, क्या अंगुष्ठ प्रमाण है, क्या मध्यम प्रमाण है, कि विभु प्रमाण है। अगर है तो की है। ਲੱਖਾਂ ਦੀ ਗਿਣਤਾਂ ਚ ਸਿੱਖ ਭਾਈ ਹੈ ਜਿਹੜੇ ਹਿਰਦਾ ਸੁੱਧ ਰੱਖਦੇ ਆ। ਇਹ ਜਾਣਨ ਪਛਾਣਨ ਦੀ ਤਮੰਨਾ ਹੈ, पर कोई समझिया है नहीं, क्यों कोई समझाने वाला चाहिए। अगर चाहिए तो समझण बताउण भी आत्मा की है। तो इथों हो गया जेड़ा नानक जी महाराज दा, जिसनों सिख पंथ भी कह दिन्ने आ, खालसा पंथ भी विचों कह दिन्ने आ। इस दे विच बहुत बहुत उत्तम ज्ञानी पुरुष, तत्वगे पुरुष, जिज्ञासु, साधक और हर प्रकार दे होए है और होणगे। विहारक दृष्टि दे विच इन्हां लोगां दी मानता है, पत प्रतिष्ठा है, पर विचार दृष्टि दे विच बहुतियां नालों पछड़े होए है। पछड़ापुणा कढ के ज्ञान दे विच अगे ले जाना चाहिए। तां क्यों ऐसे शब्द ते अज असीं इत्थे रुक गए कि शब्द आया गुरु रविदास जी का, जिहदे च ये आया कि जब हम होते तब तू नहीं, अब तू ही मैं नहीं। जिन्हां ने ये शब्द बाणी बोली है, ਅਸੀਂ ਉਹਨਾਂ ਦੀ ਬੋਲ ਨੂੰ ਸੁਣਦੇ ਹਾਂ। ਬੋਲਿਆ ਹੋਇਆ ਬੋਲ ਅੱਖਰਾਂ 'ਚ ਅੰਕਿਤ ਹੋ ਗਿਆ। ਉਹ ਅੱਖਰ ਜੋੜ ਕੇ ਅਸੀਂ ਬੋਲਦੇ ਹਾਂ ਤੇ ਸੁਣਦੇ ਹਾਂ। ਜਿਸ ਅਨੁਭਵ ਨਾਲ ਦੁਆਰਾ जिस ਲਈ ਉਹ ਇਸ ਦਾ ਪ੍ਰਤੀਪਾਦਨ ਕਰਦੇ ਆ, ਉਹਨਾਂ ਦੇ ਵਿਸ਼ੇ ਨੂੰ ਨਹੀਂ ਅਸੀਂ ਸਮਝ ਪਾ ਰਹੇ ਵੀ ਇਹ ਕਿਉਂ ਬੋਲਿਆ। ਤੁਸੀਂ ਲੋਕ ਆਪਣੇ ਵਿਗਿਆਨ ਦੁਆਰਾ ਇਹਨੂੰ ਬੋਲੋਗੇ ਤੇ ਨਾਮ ਉਹਨਾਂ ਦਾ ਲਾਓਗੇ। ਵੀ ਗੁਰੂ ਰਵਿਦਾਸ ਜੀ ਨੇ ਵੇਖ ਕੇ ਆਖਿਆ, गुरु रविदास जी दे आशे नूं नहीं समझ सके, आख्या नूं जानते हैं भी जब हम होते तब तू नहीं, अब तू ही मैं नहीं। तो जे असीं इहदी विचार करिए तो कोई ऐसा कह सकदा कि मैं है नहीं। दुनिया ते कोई अजिहा है जिहदे अंदरों विज्ञान ये उठदा होवे कि मैं है नहीं, तो फिर उन्होंने ये लफ्ज किस वास्ते बोलिया। तो इउं पढ़न वाले लखां दी गिणती च इस विचार तो खाली बैठे आ
ਕਿਉਂ ਬੈਠੇ ਆ? ਦੱਸਣ ਵਾਲਾ ਵਿਰਲਾ ਹੈ। ਜੇ ਕੋਈ ਦੱਸਣ ਵਾਲਾ ਹੈ ਤਾਂ ਪੁੱਛਣ ਵਾਲਾ ਨਹੀਂ। ਪੁੱਛਣ ਵਾਲੇ ਨੇ ਉਦਾਂ ਹੀ ਡੰਗ ਟਪਾ ਲਿਆ।